ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਸੂਹਵੀਏ ਸੂਹਾ ਵੇਸ ਛੱਡ ਤੂੰ, ਤਾਂ ਫਿਰ ਲਗੀ ਪਿਆਰ। ਸੂਹਵੀਏ ਸੂਹਾ ਵੇਸ ਛੱਡ ਤੂੰ, ਤਾਂ ਫਿਰ ਲਗੀ ਪਿਆਰ। ਸੂਹੈ ਵੇਸ ਫਿਰ ਕਿਨੈ ਨਾ ਪਾਇਓ, ਮਨ ਮੁਖ ਦਜ ਮੁਈ ਗਾਵਾਰ। ਸਤਿਗੁਰ ਮਿਲਿਐ ਸੂਹਾ ਵੇਸ ਗਿਆ, ਹਉ ਮੈਂ ਵਿਚੋਂ ਮਾਰ। ਮਨ ਤਨ ਰਤਾ ਲਾਲ ਹੋਆ, ਰਸਨਾ ਰਤੀ ਗੁਣ ਸਾਰ। ਸਦਾ ਸੁਹਾਗਣ ਸ਼ਬਦ ਮਨ, ਪਹਿ ਭਾਏ ਕਰੇ ਸ਼ਿੰਗਾਰ। ਨਾਨਕ ਕਰਮੀ ਮਹਿਲ ਪਾਇਆ, ਫਿਰ ਰਾਖਿਆ ਉਰਤਾਰ। ਮਹਲਾ ਤੀਜਾ। ਮੁੰਦੇ ਸੂਹਾ ਪਰਹਰੋ, ਲਾਲ ਕਰੋ ਸ਼ਿੰਗਾਰ। ਆਵਣ ਜਾਣਾ ਵਿਸਰੈ, ਗੁਰ ਸ਼ਬਦੀ ਵਿਚਾਰ। ਮੁੰਦ ਸੁਹਾਵੀ ਸੋਹਣੀ, ਜਿਸ ਕਰ ਸਹਿਜ ਪਤਹਾਰ। ਨਾਨਕ ਸਾਤਨ ਰਾਵੀਐ, ਰਾਵੇ ਰਾਵਣ ਹਾਰ। ਪੌੜੀ। ਮੋਹ ਕੂੜ ਕੁਟੰਬ ਹੈ, ਮਨਮੁਖ ਮੁਕਦ ਰਤਾ। ਹਉ ਮੈਂ ਮੇਰਾ ਕਰਮੂਏ, ਕਿਛ ਸਾਥ ਨ ਲਿੱਤਾ। ਸਿਰ ਉਪਰ ਜਮਕਾਲ ਨਾ ਸੁਝਈ, ਦੂਜੈ ਪਰ ਮਿੱਤਾ। ਫਿਰ ਵੇਲਾ ਹੱਥ ਨ ਆਵਈ, ਜਮਕਾਲ ਵਸ ਕੀਤਾ। ਜੇਹਾ ਤੁਰ ਲਿਖ ਪਾਇਓਨ, ਸੇ ਕਰਮ ਕਮਿਤਾ। ਫਿਰ ਵੇਲਾ ਹੱਥ ਨ ਆਵਈ, ਜਮਕਾਲ ਵਸ ਕੀਤਾ। ਜੇਹਾ ਤੁਰ ਲਿਖ ਪਾਇਓਨ, ਸੇ ਕਰਮ ਕਮਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਮਿਹਰਾਮਤ। ਸ਼ਾਮ ਸਮੇਂ ਦੀ ਸਤਸੰਗਤ ਦੀ ਹਾਜ਼ਰੀ ਅਸੀਂ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆ ਵਿੱਚ ਰਾਗ ਸੂਹੀ ਕੀ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸੰਦੇਸ਼ ਉਹ ਸਾਨੂੰ ਪ੍ਰਾਪਤ ਹੈ। ਵਿਚਾਰ ਗੋਚਰੇ
ਆਪ ਜੀ ਨੇ ਇਸ 5 ਨੰਬਰ ਪੌੜੀ ਤੇ ਨਾਲ ਲੱਗਦੇ 2 ਸ਼ਲੋਕਾਂ ਦਾ ਪਾਠ ਸਰਵਨ ਕੀਤਾ ਹੈ। ਬੀਤੇ ਕੱਲ ਜੋ ਪਹਿਲਾ ਸ਼ਲੋਕ ਹੈ ਉਹਦੀ ਅਸੀਂ ਤਕਰੀਰ ਕਰ ਰਹੇ ਸੀ, ਕਿਉਂਕਿ ਸਮਾਂ ਸੀਮਤ ਹੁੰਦਾ, ਇਸ ਕਰਕੇ ਅਸੀਂ ਉਸ ਨੂੰ ਸੰਪੂਰਨ ਰੂਪ ਦੇ ਵਿੱਚ ਵਿਆਖਿਆ ਨਾ ਸਕੇ। ਅੱਜ ਯਤਨ ਹੋਏਗਾ ਜਿੰਨਾ ਕੁ ਸਮਾਂ ਅਲਾਓ ਕਰੇਗਾ ਇਹ ਸ਼ਲੋਕ, ਤੇ ਜੇ ਸਮਾਂ ਹੋਇਆ ਤੇ ਅਗਲਾ ਸ਼ਲੋਕ ਇਹਦੇ ਨਾਲ ਅਸੀਂ ਵਿਚਾਰਾਂਗੇ। ਖੈਰ, ਬਚਨ ਸੀਗਾ ਸੂਹਵੀਏ ਸੂਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ। ਤਾਂ ਕੰਡੀਸ਼ਨਰ ਸ਼ਬਦ ਹੈ। ਇੱਕ ਕੰਡੀਸ਼ਨ ਫੁੱਲਫਿਲ ਕਰਾਂਗੇ ਤਾਂ ਸੈਕਿੰਡ ਰਿਜ਼ਲਟ ਸਾਨੂੰ ਪ੍ਰਾਪਤ ਹੋਏਗਾ। ਹੁਣ ਇਹਦੇ 'ਚ ਇਹ ਹੈ ਕਿ ਬੀਤੇ ਕੱਲ ਵੈਸੇ ਬਹੁਤ ਡਿਟੇਲਡ ਡਿਸਕਸ਼ਨ ਹੋਈ ਸੀ ਕਿ ਸਪੋਜ਼ ਕਿਸੇ ਮੈਡੀਕਲ ਕੰਡੀਸ਼ਨ ਦੀ ਐਗਜ਼ਾਮਪਲ ਅਸੀਂ ਕਰ ਰਹੇ ਸੀਗੇ, ਉਹਦੇ ਲਈ ਕੁਝ ਪ੍ਰੀਕਾਸ਼ਨਸ ਕਹੇ ਜਾਂਦੇ ਨੇ। ਮੈਡੀਸਨ ਟ੍ਰੀਟਮੈਂਟ ਹੈ, ਉੱਥੇ ਸਭ ਕੁਛ ਹੈ, ਪਰ ਕਿਹਾ ਗਿਆ ਇਨਵਾਇਰਮੈਂਟ ਬਣਾਉਣਾ ਪਏਗਾ, ਪ੍ਰੀਕਾਸ਼ਨਸ ਲੈਣੇ ਪੈਣਗੇ, ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪਏਗਾ। ਬੰਦਾ ਕਹੇ ਕਿ I won't change environment, I won't accept or follow any sort of precautions, ਭਾਈ ਮੈਡੀਸਿਨ ਵੀ ਕੰਮ ਨਹੀਂ ਕਰੇਗੀ। ਇਹਦੇ ਲਈ ਸਿਆਣਿਆਂ ਨੇ ਐਗਜ਼ਾਮਪਲ ਕੀਤੀ ਹੈ। ਉਹ ਕਹਿੰਦੇ ਕਿਸੇ ਦਾ ਗਲਾ ਖਰਾਬ ਹੈ, ਨੋਟ ਡਿਊ ਟੂ ਕੋਵਿਡ, ਜਸਟ ਸਿੰਪਲ ਕਹਿ ਲਓ ਕਿ ਖਾਂਸੀ ਜ਼ੁਕਾਮ ਆ, ਤੇ ਉਹ ਡਾਕਟਰ ਤੋਂ ਪ੍ਰਿਸਕ੍ਰਾਈਬ ਕਰਾ ਕੇ 50-60 ਬਗਸ ਦੀ ਫਾਰਮੇਸੀ ਤੋਂ ਮੈਡੀਸਿਨ ਲੈਂਦਾ ਹੈ। ਜਿਵੇਂ ਮੈਡੀਸਿਨ ਲੈ ਕੇ ਬਾਹਰ ਨਿਕਲਦਾ ਹੈ ਤੇ ਸਾਹਮਣੇ ਕੀ ਦੇਖਦਾ ਹੈ ਕਿ ਕੋਈ ਸਾਡੀ ਮਠਿਆਈ ਦੀ ਦੁਕਾਨ ਹੈ, ਸਵੀਟ ਸ਼ਾਪ, ਤੇ ਉੱਥੇ ਪਕੌੜਿਆਂ ਦੀ, ਸਮੋਸਿਆਂ ਦੀ ਬੜੀ ਉਮਦਾ ਅਰੋਮਾ ਸਮੈਲ ਆ ਰਹੀ, ਖੁਸ਼ਬੂ ਆ ਰਹੀ। ਉੱਥੇ ਚਲਾ ਗਿਆ, $5-6 ਦੇ ਵਿੱਚ ਐਨਫ ਪਕੌੜੇ ਆ ਗਏ, ਜਾਂ ਸਮੋਸੇ ਆ ਗਏ, ਨਾਲ ਚਟਣੀ ਆ ਗਈ, ਸਾਰਾ ਕੁਛ। ਡਾਕਟਰ ਨੇ ਕਿਹਾ ਸੀਗਾ ਭਾਈ ਆਹ ਚੀਜ਼ਾਂ ਨਹੀਂ ਖਾਣੀਆਂ, ਤਲੀਆਂ ਨਹੀਂ ਖਾਣੀਆਂ, ਖੱਟਾ ਨਹੀਂ ਖਾਣਾ, ਇਸ ਕਿਸਮ ਦਾ ਨਹੀਂ ਖਾਣਾ, ਗਲੇ ਨੂੰ ਥੋੜ੍ਹਾ ਜਿਹੜਾ ਹੈਗਾ ਉਹੋ ਜਿਹੀਆਂ ਚੀਜ਼ਾਂ ਦੇਣੀਆਂ ਨੇ ਜਿਵੇਂ ਜਿੰਜਰ ਟੀ ਹੈਗੀ ਏ, ਇਸ ਤਰੀਕੇ ਦੀਆਂ। ਹੋਏਗਾ ਕਿ ਇਹ ਯਕੀਨਨ ਬਾਤ ਕਹੀ ਗਈ ਕਿ $50-60 ਦੀ ਮੈਡੀਸਨ ਜਿਹੜੀ ਹੈ ਉਹ $5 ਦੇ ਉਸ ਫੂਡ ਦੇ ਨਾਲ ਅਸਰ ਨਹੀਂ ਕਰੇਗੀ। ਸੋ ਜਿਸ ਚੀਜ਼ ਤੋਂ ਜਦੋਂ ਅਸੀਂ ਰਹਿਣੀ ਰਹਿਤ ਦੀ ਗੱਲ ਕਰਦੇ ਹਾਂ ਨਾ, ਰਹਿਤਾਂ ਤੇ ਕੁਰਹਿਤਾਂ ਇਕੱਠੀਆਂ ਆਉਂਦੀਆਂ ਨੇ। ਕੁਝ ਚੀਜ਼ਾਂ ਕਰਨ ਯੋਗ ਨੇ, ਕੁਝ ਚੀਜ਼ਾਂ ਨਾ ਕਰਨ ਯੋਗ ਨੇ। ਇਹਨੂੰ ਗੁਰੂ ਸਾਹਿਬ ਨੇ ਬਾਣੀ ਜਿਸ ਤਰ੍ਹਾਂ ਵੀ ਕਿਹਾ, ਪੰਚ ਰਸਾਏ ਪੰਚ ਮਨਾਏ। ਪੰਜਾਂ ਨੂੰ ਰਸਾ ਦੇਣਾ, ਉਹਨਾਂ ਨੂੰ ਕਹਿਣਾ ਭਾਜੋ ਇੱਥੋਂ, ਤੁਹਾਡੀ ਕੋਈ ਲੋੜ ਨਹੀਂ ਹੈਗੀ। ਪੰਜਾਂ ਨੂੰ ਮਨਾ ਲੈਣਾ, ਫਿਰ ਤੁਹਾਡੇ ਬਿਨਾਂ ਜੀਵਨ ਨਹੀਂ ਚੱਲਦਾ। ਕਿਹੜੇ ਪੰਜ ਰਸਾਣੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਿਹੜੇ ਪੰਜ ਮਨਾਣੇ ਨੇ? ਧਰਮ, ਬੈਰਾਗ, ਦਇਆ, ਧੀਰਜ, ਇਹਨਾਂ ਚੀਜ਼ਾਂ। ਜੇ ਇਹ ਰੂਪ ਅਡਾਪਟ ਕੀਤਾ ਜਾਏ, ਸਭ ਕਹਿੰਦੇ ਉਹ ਵੇਸ ਛੱਡ ਦੇ। ਇਨ ਜਨਰਲਾਈਜ਼ ਕਰਦੇ ਹਾਂ, ਐਗਜ਼ਾਮਪਲ ਕਰ ਰਿਹਾ ਮੈਂ। ਇਹਦੇ 'ਚ ਵੇਸ ਸਿਰਫ ਸਾਡਾ ਲਿਬਾਸ ਨਹੀਂ ਹੈਗਾ, ਸਾਡੀ ਆਈਡੈਂਟਿਟੀ, ਸਾਡੀ ਪਹਿਚਾਨ, ਜਿਹਦੇ ਵਿੱਚ ਸਾਡੀਆਂ ਆਦਤਾਂ ਹੁੰਦੀਆਂ ਨੇ। ਆਦਤਾਨਾ ਪੱਖ ਤੋਂ ਬੰਦੇ ਦੇ ਵਿੱਚ ਕ੍ਰੋਧ ਹੈ, ਹੰਕਾਰ ਹੈ, ਵਾਸ਼ਨਾ ਹੈ, ਈਰਖਾ ਹੈ, ਦੁਆਇਖ ਹੈ, ਸਾੜਾ ਹੈ, ਸਮ ਸੋਰਟ ਆਫ ਪਛਤਾਵੇ ਨੇ, ਗਿਲਟ, ਰਿਗਰੈਟ, ਜਿਹਨੂੰ ਅਸੀਂ ਸਭ ਚੀਜ਼ਾਂ ਕਹਿੰਦੇ ਹਾਂ। ਬਾਬਾ ਜੀ ਕਹਿ ਰਹੇ ਤਿਆਗ ਇਹਨਾਂ ਨੂੰ। ਜੇ ਤਿਆਗਣ ਵਾਸਤੇ ਤਿਆਰ ਨਹੀਂ ਹੋਏਗਾ, ਪਿਰ ਨਾਲ ਮੇਲ ਨਹੀਂ ਹੋਏਗਾ। ਭਾਵ ਉਹ ਸਟੇਜ ਨਹੀਂ ਅਡਾਪਟ ਕਰ ਸਕੇਗਾ ਜਿੱਥੇ ਤੂੰ ਆਪਣੀ ਰੀਅਲ ਸੈਲਫ ਨੂੰ ਇੰਜੋਏ ਕਰ ਸਕੇ। ਇੱਕ ਚੀਜ਼ ਆਈ, ਸੂਹੈ ਵੇਸ ਪਿਰ ਕਿਨੇ ਨਾ ਪਾਇਓ, ਮਨਮੁਖ ਦਜ ਮੋਈ ਗਾਵਾਰ। ਜਿਹੜੀ ਮਨ ਦੀ ਮੁਰੀਦ ਹੈ ਰੂਹ, ਜਿਸ ਨੂੰ ਆਪਣਾ ਬਣਾਇਆ ਟਰੈਪ, ਆਪਣੀ ਬਣਾਈ ਦੁਨੀਆ ਹੀ ਚੰਗੀ ਲੱਗਦੀ ਹੈ। ਸਿੱਖ ਹੋਣਾ ਬੜੀ ਵੱਡੀ ਗੱਲ ਹੈ। ਸਿੱਖਣ ਲਈ ਤਿਆਰ ਹੋ ਜਾਣਾ। ਸਿੱਖ ਦਾ ਮੋਟੋ ਕੀ ਹੈ? ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸਲ ਹੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣੈ ਕੇਰੀ। ਜਿੱਥੋਂ ਮਰਜ਼ੀ ਮਿਲ ਜਾਏ ਗੁਣ ਲੈਣਾ ਹੈ, ਗੁਣ ਗ੍ਰਹਿਣ ਕਰਨਾ, ਸਿੱਖਣਾ ਹੈ ਨਾ। ਜਿੱਥੇ ਬੰਦੇ 'ਚ ਇਹ ਬਿਰਤੀ ਖਤਮ ਹੋ ਗਈ, ਅਸਿੱਖ ਹੋ ਗਿਆ,
ਉੱਥੇ ਕੀ ਰਹਿ ਜਾਏਗਾ? ਜ਼ਿੰਦਗੀ ਤਾਂ ਚੱਲੇਗੀ, ਪਰ ਹੁਣ ਮਨ ਦੇ ਮੁਤਾਬਕ ਚੱਲੇਗੀ, ਅਤੇ ਮਨਮੁਖ ਹੋਣ ਦਾ ਗੜਬੜ ਹੋ ਗਈ ਸਾਰੀ। ਉਹ ਤੇ ਦੱਜ ਕੇ ਮਰੇਗਾ। ਦੱਜ ਕੇ ਮਰਨਾ ਮਤਲਬ ਇਹ ਕਹਿ ਲਓ ਕਿ ਅੱਗ ਵਿੱਚ ਸੜਨਾ। ਮਤਲਬ ਇਸ ਤਰੀਕੇ ਦੇ ਨਾਲ ਬੰਦਾ ਲਪਟਾਂ ਦੇ ਵਿੱਚ ਘੇਰਿਆ ਹੈ, ਪ੍ਰਜਵਲਿਤ ਹੋ ਰਿਹਾ ਹੈ। ਬਹਿਰੂਨੀ ਅੱਗ ਜਿਹੜੀ ਹੈ ਨਾ, ਇਹ ਤੇ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹ ਸਿੱਖਾਂ ਨੇ ਇਸ ਚੀਜ਼ ਨੂੰ, ਜਿਵੇਂ ਆਮ ਪੁਰਾਣਾ ਹੈਦਰੀ ਸੋਚ ਸੀਗੀ ਕਿ ਜਲ ਕੇ ਮਰਨਾ ਹਰਾਮ ਮੌਤ ਹੁੰਦੀ ਹੈ, ਇਸ ਕਿਸਮ ਦੇ ਨਾਲ ਗੁਰੂ ਸਾਹਿਬ ਨੇ ਕਿਹਾ ਨਿਸ਼ਚਾ ਠੀਕ ਹੈ, ਸੋਚ ਠੀਕ ਹੈ, ਜੀਵਨ ਤੇ ਲੱਗਣਾ ਆ। ਜੇ ਬੰਦੇ ਨੂੰ ਉਸ ਲੈਵਲ ਤੇ ਸ਼ਹਾਦਤ ਵੀ ਦੇਣੀ ਪਏ, ਕਿਸੇ ਸੱਚ ਦੀ ਅਗਵਾਈ ਵੀ ਭਰਨੀ ਪਏ, ਤੇ ਉਹਦੇ ਵਾਸਤੇ ਬੰਦੇ ਵਾਸਤੇ ਕੋਈ ਹੋਰ ਰਾਹ ਨਾ ਹੋਵੇ, ਉਸ ਨੂੰ ਤੱਤੀ ਤਵੀ ਤੇ ਰੱਖ ਕੇ ਜੇ ਕਿਤੇ ਸਾੜ ਦਿੱਤਾ ਜਾਏ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਮਾਈਂਡ ਨਹੀਂ ਕਰਦਾ ਬਿਲਕੁਲ ਵੀ। ਕਿਉਂ? ਕਿਉਂਕਿ ਮੇਰੀ ਜਿਹੜਾ ਐਕਚੁਅਲ ਪ੍ਰਿੰਸੀਪਲ ਆ, ਉਹ ਅਸੂਲਾਂ ਤੇ ਖੜਾ ਜੀਵਨ ਆ, ਮੈਂ ਉਹਨੂੰ ਜੀ ਰਿਹਾ। ਸੋ ਇੱਥੇ ਉਹਦੀ ਬਾਤ ਨਹੀਂ ਹੋ ਰਹੀ, ਇੱਥੇ ਬਾਤ ਹੋ ਰਹੀ ਹੈ ਉਸ ਦੱਜ ਮਰਨ ਦੀ, ਜੋ ਬੰਦਾ ਲਪਟਾਂ ਦੇ ਵਿੱਚ, ਜਿਹਨੂੰ ਸਾਹਿਬ ਨੇ ਕਿਹਾ ਜੀੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਂਤੀ। ਜਿਹਨੂੰ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਜੀਓ ਤਪਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁੱਖ ਵਸਾਰਨ ਸੇਵਿਆ ਸਦਾ ਸਦਾ ਦਾਤਾਰ। ਬੰਦੇ ਦਾ ਜੀਓ ਤੜਪਦਾ, ਤਪਦਾ, ਦੱਜਦਾ। ਸਭ ਕਹਿੰਦੇ ਮਨ ਦੇ ਮੁਰੀਦ ਨੂੰ ਸਮਝ ਨਹੀਂ ਆਉਂਦੀ, ਉਹ ਤੜਪਦਾ। ਉਹ ਜਿਵੇਂ ਬਾਰ ਵਿਡਾਨੜੇ ਹੁਮਸ ਧੁੰਮਸ ਕੂਕਾਂ ਪਈਆਂ ਰਾਹੀਂ। ਜਦੋਂ ਕਿਸੇ ਜਗ੍ਹਾ ਤੇ ਬਹੁਤ ਅੱਗ ਬਲ ਜਾਏ ਤੇ ਹੁਮਸ ਤੇ ਧੁੰਮਸ, ਬੜੀ ਹੁਮਸ ਹੋ ਜਾਂਦੀ ਹੈ, ਧੂਆਂ ਬੜਾ ਹੋ ਜਾਂਦਾ ਹੈ। ਹੁਣ ਹੋ ਸਕਦਾ ਰਾਹ ਸਾਹਮਣੇ ਹੋਏ, ਉਤੋਂ ਨਿਕਲਣ ਦਾ ਐਗਜ਼ਿਟ ਡੋਰ ਹੋਏ, ਪਰ ਕਿਉਂਕਿ ਇਤਨੀ ਜ਼ਿਆਦਾ ਹੁਮਸ ਹੈ, ਇਤਨਾ ਜ਼ਿਆਦਾ ਧੂਆਂ ਹੈ, ਉਹਦੇ ਵਿੱਚੋਂ ਨਿਕਲੇ ਨਹੀਂ ਜਾ ਰਿਹਾ ਬਾਹਰ। ਬੰਦੇ ਦੀਆਂ ਆਦਤਾਂ, ਬੰਦੇ ਦੀ ਆਪਣੀ ਸੋਚ ਮੰਡਲ, ਮਨ ਦੀ ਅਵਸਥਾ ਜਿਹੜੀ ਹੈ, ਉਹਨੂੰ ਸੋਲਿਊਸ਼ਨ ਫੋਕਸਡ ਹੋਣ ਹੀ ਨਹੀਂ ਦਿੰਦੀ, ਭਾਵੇਂ ਸੋਲਿਊਸ਼ਨ ਉਹਦੇ ਸਾਹਮਣੇ ਹੋਏ। ਸੋ ਦੇ ਵਿੱਚੋਂ ਗਵਾਚਦਾ। ਬਾਬਾ ਜੀ ਨੇ ਉਹਦੀ ਬਾਤ ਕੀਤੀ, ਸੂ ਹੈ ਵੇਸ ਫਿਰ ਕਿਨੇ ਨਾ ਪਾਇਓ। ਹੋਇਆ ਕਿ ਮਨਮੁਖ ਦੱਜ ਮੁਈ ਗਾਵਾਰ, ਇਹੋ ਜਿਹੀ ਰੂਹ ਆਤਮਕ ਤੌਰ ਤੇ ਮਰ ਗਈ। ਕਿਉਂ? ਕਿਉਂਕਿ ਉਹ ਦੱਜ ਗਈ, ਉਹਦੇ ਵਿੱਚ, ਉਹਦੇ 'ਚ ਘਿਰ ਗਈ। ਅਗਲਾ ਬਚਨ ਸਤਿਗੁਰ ਮਿਲੇ ਆ ਸੂਹਾ ਵੇਸ ਗਿਆ। ਜਿੱਥੇ ਸਤਿਗੁਰੂ ਮਿਲ ਗਿਆ, ਉੱਥੇ ਜਿੰਨਾ ਮਰਜ਼ੀ ਚਮਕਦਾਰ ਵਕਾਰਾਂ ਦਾ ਵੇਸ ਹੋਏ, ਜਿੰਨਾ ਮਰਜ਼ੀ ਸੂਹਾ ਹੋਏ, ਉਹ ਚਲਾ ਗਿਆ। ਕਿਉਂਕਿ ਜਿਹੜੇ ਗੁਰੂ ਤੇ ਆਖੇ ਲੱਗੇ, ਗੁਰੂ ਨੇ ਕਿਹਾ ਛੱਡ ਦੇ, ਉਹਨਾਂ ਕਿਹਾ ਠੀਕ ਹੈ ਛੱਡ ਤਾ ਭਾਈ, ਦੁਬਾਰਾ ਦੂਜੀ ਬਾਤ ਹੀ ਨਹੀਂ ਹੈ। ਇਹ ਕਈ ਵਾਰ ਚੀਜ਼ਾਂ ਹੁੰਦੀਆਂ, ਲੋਕੀ ਕੁਛ ਚੀਜ਼ਾਂ ਦੇ ਲੌਜਿਕ ਦਿੰਦੇ, ਕੁਛ ਚੀਜ਼ਾਂ ਨੂੰ ਰੈਸ਼ਨਲਾਈਜ਼ ਕਰਦੇ, ਪਰ ਜਦੋਂ ਜਿਹੜੀ ਗੱਲ ਗੁਰੂ ਨੇ ਕਹਿਤੀ, ਉਹ ਕਹਿਤੀ, ਬਸ ਸਵੀਕਾਰ ਲਈ ਉਸ ਰੂਪ ਦੇ ਵਿੱਚ। ਇਸ ਨੂੰ ਮੈਂ ਸਰਲ ਭਾਵ ਵਿੱਚ ਬਿਆਨ ਕਰਾਂ ਜੇ, ਅਸੀਂ ਅਕਸਰ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਬਾਤ ਕਰਦੇ ਹਾਂ। ਉਹਨਾਂ ਦੇ ਇੱਕ ਪੁਰਾਣੇ ਕੁਲੀਗ ਸੰਗੀ ਨੇ ਉਹਨਾਂ ਨੂੰ ਆ ਕੇ ਪੁੱਛਿਆ, ਜਦੋਂ, ਕਿਉਂਕਿ ਉਹ ਉੱਥੇ ਸੀਗੇ, ਉੱਥੇ ਉਹਨਾਂ ਕੋਲ ਕੇਸ ਨਹੀਂ ਸੀ ਰੱਖੇ ਹੋਏ, ਉਹਨਾਂ ਨੇ ਡਿਫਰੈਂਟ ਪ੍ਰੈਕਟਿਸ ਕਰਦੇ ਸੀਗੇ। ਪੰਜਾਬ ਵਾਪਸ ਆ ਗਏ, ਇੱਥੇ ਨਵ ਜਾਗਰਤੀ ਸੀਗੀ, ਸਿੱਖੀ 'ਚ ਆ ਗਏ। ਜੋ ਸਿੱਖੀ 'ਚ ਆ ਗਏ ਤੇ ਉਹਨਾਂ ਨੂੰ ਆ ਕੇ ਪੁੱਛਿਆ ਗਿਆ, ਅੱਛਾ ਇਹ ਦੱਸੋ ਕਿ ਤੁਸੀਂ ਕੇਸ ਰੱਖ ਲਏ, ਦਾੜੀ ਰੱਖ ਲਈ, ਕੇਸ ਸਿਰ ਦੇ ਕੇਸ ਰੱਖ ਲਏ, ਸਿਰ 'ਤੇ ਪੱਗ ਰੱਖ ਲਈ, ਫਰਕ ਕੀ ਪੈ ਗਿਆ? ਸੇਮ ਤਰ੍ਹਾਂ ਦੇ ਤੇ ਬੰਦੇ ਹੋ ਜਿਵੇਂ ਦੇ ਪਹਿਲਾਂ ਸੀਗੇ, ਬਸ ਇਹੀ ਤੇ ਚੀਜ਼, ਕੁਛ ਫਰਕ ਤੇ ਪਿਆ ਨਹੀਂਗਾ। ਤੁਸੀਂ ਦੱਸੋ ਮੈਨੂੰ ਇਹ ਸਾਰੇ ਨਾਲ ਕੀ ਫਰਕ ਪਿਆ? ਤੇ ਉਹ ਪ੍ਰੋਫੈਸਰ ਪੂਰਨ ਸਿੰਘ ਦਾ ਜਵਾਬ ਸੀਗਾ, ਕਹਿੰਦੇ ਗੱਲ ਇਹ ਹੈ ਕਿ ਮੇਰੇ ਕੋਲ ਕੋਈ ਲੌਜਿਕ ਨਹੀਂ ਤੈਨੂੰ ਸਮਝਾਉਣ ਵਾਸਤੇ। ਹਾਂ, ਜੇ ਤੂੰ ਕਹੇ ਮੈਂ ਕਿਉਂ ਰੱਖੇ ਨੇ, ਮੇਰੇ ਲਈ ਬਹੁਤ ਸਿੱਧੀ ਜੀ ਬਾਤ ਆ। ਪਹਿਲੀ ਗੱਲ ਤਾਂ ਇਹ ਹੈ, ਮੇਰੇ ਗੁਰੂ ਕਾ ਹੁਕਮ ਹੈ, ਮੈਂ ਗੁਰੂ ਦਾ ਹੁਕਮ ਬਰਦਾਰ ਹਾਂ, ਮੈਂ ਗੁਰੂ ਦੇ ਹੁਕਮ ਨੂੰ ਮੰਨਦਾ ਹਾਂ, ਬਸ। ਉਹਦੇ 'ਚ ਹੋਰ ਕੋਈ ਦਲੀਲ ਹੀ ਨਹੀਂ ਹੁੰਦੀ। ਇਹ ਮੇਰੇ ਗੁਰੂ ਨੇ ਕਿਹਾ ਆ ਕਿ ਜਿਹੜਾ ਹੈਗਾ, ਤੂੰ ਇਸ ਪੰਚਕਾਰੀ ਰਹਿਣੀ ਰਹਿਤ 'ਚ ਰਹਿਣਾ ਹੈ, ਮੈਂ ਰਹਿ ਰਿਹਾ। ਬਾਕੀ ਗੱਲ ਰਹੀ ਇਹਦੇ ਤੋਂ ਮੈਨੂੰ ਕੁਝ ਪ੍ਰਾਪਤ ਹੋਣ ਦੇ ਵਿੱਚ,
these are the sign of association. ਜਦੋਂ ਮੈਂ ਇਹਨਾਂ ਵੱਲ ਦੇਖਦਾ ਮੈਨੂੰ ਗੁਰੂ ਚੇਤੇ ਆਉਂਦਾ ਹੈ, ਮੈਨੂੰ ਗੁਰੂ ਦਾ ਜਲਾਲ ਚੇਤੇ ਆਉਂਦਾ ਹੈ, ਗੁਰੂ ਦੀ ਹਾਜ਼ਰਾ ਹਜ਼ੂਰੀ ਜਿਹੜੀ ਅਵਸਥਾ ਆ ਉਹ ਅਹਿਸਾਸ ਵਿੱਚ ਰਹਿੰਦੀ ਹੈ। ਸੋ ਇਹ ਜਿਹੜੀ ਚੀਜ਼ ਆ ਆਪ ਅਹਿਸਾਸ ਕਰੋ ਅੱਜ ਦੇ ਦੌਰ ਦੇ ਵਿੱਚ whom we want to associate, ਅਸੀਂ ਕਿਹਦੇ ਨਾਲ ਆਪਣੀ ਐਸੋਸੀਏਸ਼ਨ ਬਣਾਉਣੀ ਚਾਹਾਂਗੇ। ਕੀ ਅਸੀਂ ਐਸੋਸੀਏਟ ਉਹਨਾਂ ਲੋਕਾਂ ਨਾਲ ਹੋਣੇ ਚਾਹਾਂਗੇ ਜਿਹੜੇ ਲੋਕ ਇਸ ਪੈਂਡੈਮਿਕ ਦੇ ਦੌਰ ਦੇ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੇ ਨੇ, ਮਨੁੱਖਤਾ ਵਾਸਤੇ ਭਲੇ ਦੇ ਕੰਮ ਕਰ ਰਹੇ ਨੇ, ਜਾਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਇਸ ਪੈਂਡੈਮਿਕ ਦੇ ਸਮੇਂ ਦੇ ਵਿੱਚ ਗਲਤ ਕੰਮ ਕਰ ਰਹੇ, ਠੱਗੀਆਂ ਕਰ ਰਹੇ, ਚੋਰੀ ਕਰ ਰਹੇ, ਜਾਂ ਇਸ ਤਰੀਕੇ ਨਾਲ ਕਰ ਰਹੇ ਕਿ ਉਸ ਸਾਜੋ ਸਮਾਨ ਨੂੰ ਜਿਨ੍ਹਾਂ ਖਿੱਤਿਆਂ 'ਚ ਕਿੱਲਤ ਆ ਉੱਥੇ ਉਹ ਵੇਚ ਕੇ ਉਹਦੀ ਕਾਲਾ ਬਾਜ਼ਾਰੀ ਕਰਕੇ ਬਲੈਕ ਮਾਰਕੀਟਿੰਗ ਕਰਕੇ ਪੈਸੇ ਬਣਾ ਰਹੇ। ਅੱਜ ਵੀ I was early morning watching CP24 and they were interviewing few individuals from here and as well as from India, and they were volunteer of Khalsa Aid. And what do you feel after listening it, after watching it? Pride. ਇਹ ਹੈ ਉਹਦੇ ਨਾਲ ਐਸੋਸੀਏਸ਼ਨ ਹੋਏ ਜਿਹਦੇ ਨਾਲ ਐਸੋਸੀਏਸ਼ਨ ਕਰਨ ਤੋਂ ਬਾਅਦ ਬੰਦੇ ਨੂੰ ਗਮ ਨਾ ਹੋਏ। ਜਦੋਂ ਆਪਾਂ ਗੁਰੂ ਦੀ ਬਾਤ ਕਰਦੇ ਹਾਂ, ਗੁਰੂ ਨੇ ਬਹੁਤ ਪੁਰਾਣੀ ਗੱਲ ਨਹੀਂ ਹੈ, 300 ਸਾਲ ਤੋਂ ਪਿੱਛੇ, 300 ਸਾਲ ਪਿੱਛੇ ਚਲੇ ਜਾਓ, ਉੱਥੋਂ ਲੈ ਕੇ 500 ਸਾਲ ਤੱਕ ਕੀ ਸਾਬਤ ਕੀਤਾ ਦੇਖੋ ਤੁਸੀਂ। ਗੁਰੂ ਨੇ ਉਹ ਸਾਬਤ ਕੀਤਾ ਜਿਹੜਾ ਅੱਜ ਦੀ ਦੁਨੀਆ 'ਚ ਵੀ ਲੋਕ ਕਈ ਵਾਰੀ ਕਹਿੰਦੇ ਨੇ ਇਟਸ ਟੂ ਗੁੱਡ ਟੂ ਬਲੀਵ। ਐਵੇਂ ਹੋ ਸਕਦਾ ਹੈ? ਕਿਸੇ ਦਾ ਧਰਮ ਹੈ, ਕਿਸੇ ਦਾ ਬਲੀਵ ਹੈ, ਕਿਸੇ ਦੀ ਵਰਸ਼ਿਪ ਕਰਨ ਦੀ ਪ੍ਰਕਿਰਿਆ ਹੈ, ਉਹਦੇ ਲਈ ਕੋਈ ਇੱਕ ਜਾਣ ਦੇ ਰਿਹਾ ਆਪਣੇ ਆ ਕੇ। ਗੁਰੂ ਤੇਗ ਬਹਾਦਰ ਸਾਹਿਬ। ਸੋ ਸਾਈਨ ਆਫ ਐਸੋਸੀਏਸ਼ਨ, ਜੇ ਮੈਂ ਰੂਪ ਸਰੂਪ 'ਚ ਆ ਕੇ ਮੈਨੂੰ ਗੁਰੂ ਯਾਦ ਆਉਂਦਾ ਹੈ, ਮੈਨੂੰ ਅਹਿਸਾਸ ਹੁੰਦਾ ਮੇਰਾ ਪਿਤਾ ਕੌਣ ਆ, ਹੂ ਐਮ ਆਈ, ਮੈਂ ਕਿੱਥੋਂ ਬਿਲੋਂਗ ਕਰਦਾ ਹਾਂ, ਕਮਾਲ ਨਹੀਂ ਗਾ, ਹੋਰ ਕੀ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆਹ ਚੀਜ਼ ਹੈ। ਦੈਟਸ ਵਾਈ ਆਈ ਐਮ ਫੋਲੋਇੰਗ ਦਿਸ ਐਕਸਰਸਾਈਜ਼, these kind of practices. ਇੱਥੇ ਬਾਬਾ ਜੀ ਨੇ ਕਿਹਾ ਸਤਿਗੁਰ ਮਿਲੇ ਆ ਸੂਹਾ ਵੇਸ ਗਿਆ। ਜਦੋਂ ਮੈਂ ਆਪਣੀ ਐਸੋਸੀਏਸ਼ਨ ਗੁਰੂ ਨਾਲ ਬਣਾ ਲਈ ਨਾ, ਇਹ ਆਦਤਾਂ ਜਿਹੜੀਆਂ ਨੇ ਇਹ ਮੇਰੇ ਲਈ ਬਹੁਤੀਆਂ ਅਪੀਲਿੰਗ ਨਾ ਰਹਿ ਗਈਆਂ। ਮੈਨੂੰ ਲੱਗਾ ਇਹਨਾਂ ਦੇ ਪਿੱਛੇ ਲੱਗ ਕੇ ਮੈਂ ਗੁਰੂ ਤੇ ਗੁਰੂ ਦੇ ਰਾਹ ਨੂੰ ਛੱਡ ਦਿਆਂਗਾ, ਇਹ ਬੜਾ ਵੱਡਾ ਨੁਕਸਾਨ ਹੈ। I cannot bear it, I cannot tolerate it, I cannot accept it. So I will follow the path of Guru. ਸਤਿਗੁਰ ਮਿਲਿਆ ਸੂਹਾ ਵੇਸ ਗਿਆ, ਤੇ ਫਿਰ ਸਭ ਤੋਂ ਵੱਡੀ ਚੀਜ਼ ਗਈ ਹਉਮੈ ਵਿੱਚੋਂ ਮਾਰ। ਵੀ ਸਤਿਗੁਰੂ ਵੀ ਤਾਂ ਮਿਲਦਾ ਆ, ਹਉਮੈ ਵਿੱਚੋਂ ਮਾਰ। ਹੰਕਾਰ ਜਿਹੜਾ ਆ ਉਹ ਵਾਰ-ਵਾਰ ਕਹੀ ਜਾਂਦਾ ਆ ਕਿ ਨਹੀਂ ਨਹੀਂ ਨਹੀਂ, ਜੋ ਮੈਂ ਸੋਚਦਾ, ਜੋ ਮੈਂ ਕਰਦਾ ਇਹੀ ਠੀਕ ਹੈ, ਇਹੀ ਠੀਕ ਹੈ। ਗੁਰੂ ਕਹਿ ਰਿਹਾ ਨਾ, ਹਰ ਚੀਜ਼ ਨੂੰ ਦੁਬਾਰਾ ਵਿਚਾਰ, ਕਿਸੇ ਵੀ ਚੀਜ਼ ਨੂੰ ਰੀਥਿੰਕ ਕਰਨਾ, ਕਿਸੇ ਵੀ ਚੀਜ਼ ਨੂੰ ਰੀਵਿਜ਼ਿਟ ਕਰਨਾ, ਕਿਸੇ ਵੀ ਚੀਜ਼ ਨੂੰ ਦੁਬਾਰਾ ਰੀਪ੍ਰੋਸੈਸ ਕਰਨਾ, ਇਹ ਕੋਈ ਗਲਤ ਨਹੀਂ ਚੀਜ਼ ਹੈ। ਇਹੀ ਸਿੱਖਣਾ ਆ, ਇਹੀ ਉਸ ਜਮਾਤ ਦੇ ਧਾਰਨੀ ਹੋਣਾ ਜਿਹਦੇ 'ਚ ਕਿਹਾ ਜਾਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਇਹ ਰੰਗ ਜਿਹੜਾ ਆ ਗੁਰੂ ਬਾਬਾ ਜੀ ਨੇ ਇਹਦੀ ਬਾਤ ਕੀਤੀ ਇਹਦੇ ਵਿੱਚ ਕਿ ਹਉਮੈ ਵਿੱਚੋਂ ਮਾਰ, ਮਨ ਤਨ ਰੱਤਾ ਲਾਲ ਹੋਵਾ, ਰਸਨਾ ਰੱਤੀ ਗੁਣਸਾਰ। ਮਨ ਤਨ ਰੱਤਾ ਲਾਲ ਹੋਵਾ, ਮੋਸਟਲੀ ਅਸੀਂ ਡਿਸਕਸ ਕਰਦੇ ਹਾਂ ਗੁਰਬਾਣੀ ਨੂੰ ਅੱਖਰ ਬਾ ਅੱਖਰ, word by word, and I think I have mentioned so many times that every word in Guru Granth Sahib have different meanings according to context, because in one area we are translating that word in a different way. Same word can be translated in a different way because when we put in context, ਜਦੋਂ ਅਸੀਂ context ਵਿੱਚ ਪਾਉਂਦੇ ਹਾਂ ਉਸ ਰੂਪ ਦੇ ਵਿੱਚ। ਕਿਉਂਕਿ ਇਹ ਜਿਹੜੀ ਆ ਸਾਡੀਆਂ ਖਾਸ ਕਰਕੇ ਏਸ਼ੀਅਨ ਜਾਂ ਸਾਊਥ ਏਸ਼ੀਅਨ ਲੈਂਗੁਏਜਿਸ ਨੇ, ਇਹ ਬੜੀਆਂ ਕੰਪਲੈਕਸ ਨੇ, ਇਹਨਾਂ ਦੇ ਵਿੱਚ ਬੜੀ ਰਿਚਨੈਸ ਹੈ ਇਸ ਗੱਲ ਤੋਂ। ਇੱਕੋ ਤਰੀਕੇ ਨਾਲ ਵਰਡ ਸਪੈਲ ਹੁੰਦਾ, ਇੱਕੋ ਤਰੀਕੇ ਨਾਲ ਇੰਗਲਿਸ਼ ਲੈਂਗੁਏਜ ਵੀ ਹੈਗੇ ਨੇ, ਬਟ ਦੇਰ ਵੈਰੀ ਫਿਊ ਜਿਨ੍ਹਾਂ ਦੇ ਸਪੈਲਿੰਗ ਵੀ ਉਹੀ ਹੋਣ, ਸਾਊਂਡ ਵੀ ਉਹੀ ਹੋਏ, ਮੀਨਿੰਗ ਥੋੜ੍ਹੇ ਡਿਫਰੈਂਟ ਹੋ ਜਾਣ। ਜਿਵੇਂ ਅਸੀਂ ਸਵੀਟ ਦੀ ਗੱਲ ਕਰਦੇ ਹਾਂ, ਕੁਝ ਹੋਰ ਇਹੋ ਜਿਹੇ ਵਰਡ ਆ ਜਾਂਦੇ ਨੇ, ਪਰ ਮੋਸਟਲੀ ਹੁੰਦਾ ਕਿ ਇੰਡੀਪੈਂਡੈਂਟਲੀ ਵਰਡ ਯੂਜ਼ ਕੀਤੇ ਜਾਂਦੇ ਨੇ। ਸਾਡੇ ਇੱਕੋ ਵਰਡ ਆ, ਸਪੋਜ਼
ਅੱਜ ਵਾਰ ਕੀ ਹੈ? ਵਾਰ ਮੀਨ ਡੇ। ਅੱਛਾ, ਫਲਾਣੇ ਬੰਦੇ ਨੇ ਬੜਾ ਜ਼ੋਰ ਦਾ ਵਾਰ ਕੀਤਾ ਬਾਈ, ਮੀਨ ਅਟੈਕ। ਇਸ ਰੂਪ ਦੇ ਵਿੱਚ ਭਾਈ ਵਾਰ-ਵਾਰ ਕਿਹਾ ਤੈਨੂੰ, ਅਗੇਨ ਐਂਡ ਅਗੇਨ। ਮਤਲਬ ਇੱਕੋ ਵਰਡ ਤੁਸੀਂ ਦੇਖੋ ਕਿਵੇਂ ਰਿਪੀਟ ਹੋ ਰਿਹਾ। ਭਾਈ ਆ ਜਿਹੜਾ ਹੈਗਾ ਹੁਣ ਕਿਹਦਾ ਵਾਰ ਹੈ ਭਾਈ? ਜਿਵੇਂ ਵਾਰੀ ਵੀ ਕਹਿ ਦਿੰਦੇ ਅਸੀਂ, ਭਾਈ ਨਾਓ ਹੂਜ਼ ਟਰਨ ਇਜ਼, ਹੁਣ ਕਿਹਦੀ ਵਾਰੀ ਹੈ? ਸੋ ਇਸ ਰੂਪ ਵਿੱਚ ਆਉਂਦਾ। ਹੁਣ ਇੱਥੇ ਸ਼ਬਦ ਆ ਰਿਹਾ ਹੈਗਾ ਲਾਲ। ਕਿਤੇ ਗੁਰੂ ਸਾਹਿਬ ਇਹਨੂੰ ਆਤਮਕ ਅਵਸਥਾ ਦੇ ਰੂਪ ਵਿੱਚ ਬਿਆਨ ਕਰਦੇ ਨੇ। ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਸਟੇਟ ਆਫ ਮਾਈਂਡ ਉਹਦੀ ਬਾਤ ਹੋ ਰਹੀ ਹੈ ਇਹਦੇ ਵਿੱਚ ਹੁਣ। ਜਾਂ ਕਿਤੇ ਲਾਲ ਗੁਲਾਲ ਗਹਿਬਰਾ। ਹੁਣ ਇੱਥੇ ਕਲਰਫੁਲ ਸਿਚੁਏਸ਼ਨ ਦੀ ਗੱਲ ਹੋ ਰਹੀ ਹੈ, ਹਾਲਾਂਕਿ ਹੋਰ ਸਟੇਟ ਆਫ ਮਾਈਂਡ ਦੀ ਰਹੀ, ਪਰ ਇੱਕ ਕਲਰਫੁਲ ਲੈਵਲ 'ਤੇ ਬਾਤ ਹੋ ਰਹੀ, ਜਿਵੇਂ ਕਲਰ ਹੁੰਦਾ, ਪੇਂਟ ਕਰਦੇ ਹਾਂ ਅਸੀਂ ਕਿਸੇ ਚੀਜ਼ ਨੂੰ। ਜਾਂ ਸ਼ਬਦ ਪੜ੍ਹਦੇ ਹੈਗੇ ਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਰਤਨ ਲਾਲ ਜਗਾ ਕਛੂ ਨਾ ਮੋਲ। ਹੁਣ ਲਾਲ ਦਾ ਮਤਲਬ ਜਿਵੇਂ ਕੋਈ ਡਾਇਮੰਡ ਹੈ, ਜਿਵੇਂ ਕੋਈ ਪਰਲਿਆ ਜਿਵੇਂ ਕੋਈ, ਇਸ ਤਰੀਕੇ ਦੀ ਬਾਤ ਹੋ ਰਹੀ। ਇੱਥੇ ਸਾਹਿਬ ਨੇ ਬਾਤ ਕੀਤੀ ਮਨ ਤਨ ਰੱਤਾ ਲਾਲ ਹੋਆ ਕੀਮਤੀ, ਮਤਲਬ ਕੋਈ ਡਾਇਮੰਡ ਬੇਸ਼ਕੀਮਤੀ ਚੀਜ਼ ਹੋ ਗਈ। ਵੈਸੇ ਬੰਦਾ ਤਨ ਦੀ ਵੀ ਕਦਰ ਨਹੀਂ ਕਰਦਾ, ਮਨ ਦੀ ਵੀ ਕਦਰ ਨਹੀਂ ਕਰਦਾ। ਹੁਣ ਆਪਾਂ ਮਨਮੁਖ ਨਾ ਹੋਣ ਦੀ ਗੱਲ ਕੀਤੀ, ਹੁਣ ਆਪਾਂ ਗੱਲ ਕਰ ਰਹੇ ਹਾਂ ਤਨ ਦੀ, ਮਨ ਦੀ ਕੇਅਰ ਕਰਨੀ। ਆਪ ਅਹਿਸਾਸ ਕਰੋਗੇ ਆ ਤਨ ਆ, ਗੁਰੂ ਸਾਹਿਬ ਬਿਆਨ ਕਰਦੇ, ਇਸ ਤਨ ਨੂੰ ਰੱਬ ਦੀ ਸਭ ਤੋਂ ਵੱਡੀ ਬਖਸ਼ਿਸ਼ ਮੰਨ, ਉਹਦਾ ਸਭ ਤੋਂ ਵੱਡਾ ਤੋਹਫਾ ਮੰਨ। ਬਲਕਿ ਇਸ ਤਨ ਦੀ ਡੈਫੀਨੇਸ਼ਨ ਬਾਣੀ ਦੇ ਵਿੱਚ ਹੈ, ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਇਹ ਸਰੀਰ ਹਰੀ ਦਾ ਮੰਦਰ ਹੈ, ਇਹਨੂੰ ਇਸ ਤੋਂ ਘੱਟ ਨਹੀਂ ਮੰਨਣਾ। ਇਹ ਰੱਬ ਦੇ ਰਹਿਣ ਦੀ ਜਗ੍ਹਾ ਹੈ। ਹੁਣ ਜੇ ਇੰਨੀ ਕੇਅਰ ਕਰੇਗਾ ਬੰਦਾ, ਤੇ ਇਸ ਸਰੀਰ ਨੂੰ ਕੀ ਇਹੋ ਜਿਹੇ ਕੰਮ ਕਰੇਗਾ ਜਿਹਦੇ ਨਾਲ ਇਹ ਸਰੀਰ ਗਲੇ, ਇਹ ਸਰੀਰ ਦਾ ਨੁਕਸਾਨ ਹੋਏ। ਕੋਵਿਡ-19 ਕਰਕੇ ਦੁਨੀਆ ਦੇ ਸਭ ਤੋਂ ਵੱਡੇ ਰਿਸੋਰਸਫੁਲ ਖਿੱਤੇ ਦੇ ਵਿੱਚ, ਨਾਰਥ ਅਮਰੀਕਾ ਤੇ ਖਾਸ ਕਰਕੇ ਅਮਰੀਕਾ ਸਟੇਟਸ ਦੇ ਵਿੱਚ, USA ਦੇ ਵਿੱਚ ਮੌਤਾਂ ਹੁੰਦੀਆਂ ਨੇ। ਮਤਲਬ ਇੰਡੀਆ ਵਿੱਚ ਮੰਨ ਸਕਦੇ ਹੋ ਤੁਸੀਂ, ਲੈਕ ਆਫ ਆਕਸੀਜਨ ਆ, ਲੈਕ ਆਫ ਹੌਸਪੀਟਲ ਫੈਸਿਲਿਟੀਜ਼ ਹੀ ਹੈਗੀਆਂ ਨੇ, ਡੈਥਸ ਹੋ ਰਹੀਆਂ ਨੇ ਉੱਥੇ। ਇੱਥੇ ਤਾਂ ਸਭ ਕੁਝ ਹੈ। ਇਤਨੇ ਰਿਸੋਰਸਫੁਲ ਨੇਸ਼ਨ ਦੇ ਵਿੱਚ ਇਸ ਲੈਵਲ 'ਤੇ ਉਹਦਾ ਵੱਡਾ ਰੀਜ਼ਨ ਕੀ ਹੈ? ਅਜੇ ਤਾਂ ਲੌਂਗ ਟਰਮ ਸਟੱਡੀਜ਼ ਆਉਣੀਆਂ ਨੇ, ਲੌਂਗਟੀਟਿਊਡ ਸਟੱਡੀ, ਜਦੋਂ ਉਹਨਾਂ ਨੇ ਸਾਰਾ ਕੁਝ ਡਾਟਾ ਕੱਢ ਕੇ ਲਿਆਉਣਾ ਬਾਹਰ। ਪਰ ਮੌਲਿਕ ਗੱਲ ਕੀ ਹੋਈ? ਪਤਾ ਲੱਗਾ ਇਮਿਊਨਿਟੀ ਨਹੀਂ ਹੈਗੀ ਇਹਦੇ ਇਸ ਵਾਇਰਸ ਦੇ ਅਗੇਂਸਟ ਬਿਲਕੁਲ ਵੀ। ਕਾਰਨ, ਸਭ ਤੋਂ ਵੱਡਾ ਕਾਰਨ ਅਲਕੋਹਲ ਇਨਟੇਕ। ਪਰ ਉਹ ਇਤਨੀਆਂ ਸਟਰੋਂਗ ਕੰਪਨੀ, ਇਤਨਾ ਕੁਛ ਨੇ, ਉਹਨਾਂ ਦੇ ਸਾਹਮਣੇ ਕਿਸੇ ਦੀ ਪੇਸ਼ ਨਹੀਂ ਜਾ ਸਕਦੀ। ਪਰ ਬੰਦਾ ਤੇ ਉਹ ਕੈਮੀਕਲ ਅੰਦਰ ਪਾ ਕੇ ਉਹਦਾ ਸਭ ਕੁਛ ਤੇ ਗਲਿਆ ਪਿਆ ਅੰਦਰੋਂ। ਕਿਸੇ ਨਾ ਉਹਦਾ ਲਿਵਰ ਉਸ ਲੈਵਲ ਤੇ ਹੈ, ਨਾ ਉਹਦੀਆਂ ਕਿਡਨੀਆਂ ਉਸ ਲੈਵਲ ਤੇ ਨੇ, ਨਾ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਹਾਲਤ ਇਹ ਬਣੀ ਪਈ ਹੈ। ਉਹ ਕਿਵੇਂ ਸਰਵਾਈਵ ਕਰੇਗਾ? ਹੁਣ ਇਹ ਜਿਹੜੀ ਚੀਜ਼ ਆ, ਬੰਦਾ ਤਨ ਦੀ ਕਦਰ ਕਰ ਰਿਹਾ। ਫਿਰ ਇਕੱਲਾ ਇਹ ਨਹੀਂਗਾ, ਇਹਦੇ ਨਾਲ ਹੋਰ ਫੂਡ ਚੋਇਸਿਸ ਨੇ, ਜਿਵੇਂ ਮਤਲਬ ਜਿਹਨੂੰ ਅਸੀਂ ਫਾਸਟ ਫੂਡ ਕਹਿੰਦੇ ਆ, ਐਸਾ ਫੂਡ ਜਿਹੜਾ ਸਰੀਰ ਵਿੱਚ ਪਾਈ ਜਾਓਗੇ। ਇਹ ਤੇ ਗਾਰਬੇਜ ਜਿਹੜਾ ਹੈਗਾ, ਇੱਕ ਗਾਰਬੇਜ ਬਿਨ ਬਣ ਜਾਏਗਾ। ਓਬੇਸਿਟੀ ਕੀ ਹੈ ਐਕਚੁਅਲ ਲੈਵਲ 'ਤੇ? ਚਲੋ ਕੁਝ ਹਾਲਾਤਾਂ ਦੇ ਵਿੱਚ ਬੰਦੇ ਦੀ ਸਟਰੈਸ, ਬੰਦੇ ਦਾ ਰਹਿਣ ਸਹਿਣ, ਬੰਦੇ ਦੀ ਜਿਹੜੀ ਜੀਵਨ ਚਰਿਆ ਆ, ਡੇ ਟੂ ਡੇ ਲਾਈਫ ਆ, ਉਹ ਕਾਜ਼ ਕਰਦੀ ਹੈ। ਜਿਵੇਂ ਅਸੀਂ ਦੇਖੀਏ, ਜਿਹੜੇ ਲੋਕ ਡਰਾਈਵਿੰਗ ਨਾਲ ਰਿਲੇਟਡ ਜੌਬਸ ਕਰਦੇ ਨੇ, ਬੜੀਆਂ ਸਟਰੈਸ ਜੌਬ ਕਰਦੇ ਨੇ, ਬੈਠੇ ਰਹਿੰਦੇ ਨੇ, ਐਕਸਰਸਾਈਜ਼ ਦਾ ਟਾਈਮ ਨਹੀਂ ਹੁੰਦਾ। ਸਭ ਡੈਫੀਨੇਟਲੀ ਇਹ ਚੀਜ਼ਾਂ ਹੋਣਗੀਆਂ ਉਹਦੇ 'ਚ। ਪਰ ਜਿੱਥੇ ਸਾਰਾ ਕੁਝ ਅਸੀਂ ਇੱਕ ਲੈਵਲ 'ਤੇ ਐਲੀਮੀਨੇਟ ਕਰ ਦਈਏ, ਫਿਰ ਫੂਡ ਚੋਇਸਿਸ ਓਬੇਸਿਟੀ ਦਾ ਮੁੱਖ ਕਾਰਨ ਤੇ ਹੀ ਬਣ ਰਿਹਾ ਨਾ। ਫਿਰ ਉਹ ਬੰਦਾ ਤਨ ਨੂੰ ਪਿਆਰ ਕਰਦਾ ਹੈ? ਨੋ ਵੇ। ਤੇ ਜਿਹੜਾ ਬੰਦਾ ਇਸ ਤਨ ਨੂੰ ਹੀ ਪਿਆਰ ਨਹੀਂ ਕਰਦਾ, ਇੰਝ ਕਹਿ ਲਓ, ਬਾਣੀ ਤੇ ਕਹਿ ਰਹੀ ਹੈ ਦਾਤ ਨੂੰ ਪਿਆਰ ਕਰ, ਪਰ ਦਾਤ ਤੋਂ ਵੱਧ ਦਾਤੇ ਨੂੰ ਪਿਆਰ ਕਰ। ਜਿਹੜਾ ਬੰਦਾ ਦਾਤ ਨੂੰ ਵੀ ਪਿਆਰ ਨਹੀਂ ਕਰ ਸਕਦਾ, ਦਾਤੇ ਨੂੰ ਪਿਆਰ ਕੀ ਕਰੇਗਾ?
ਖਾਕ ਕੁਛ ਵੀ ਨਹੀਂ। ਇਸ ਕਰਕੇ ਤਨ ਨੂੰ ਫਿਰ ਇਕੱਲਾ ਤਨ ਨਹੀਂ, ਅਗਲੇ ਲੈਵਲ 'ਤੇ ਮਨ ਵੀ ਆਉਂਦਾ ਹੈ। ਹੁਣ ਮਨ ਨਾ ਹੈ ਮਨੌਤਾਂ ਦਾ। ਸਾਡੀਆਂ ਜਿਹੜੀਆਂ ਸਾਡੇ ਜਿਹੜੇ ਬਾਇਸ ਹੁੰਦੇ ਨੇ, ਸਾਡੇ ਜਿਹੜੇ ਥਾਟਸ ਹੁੰਦੇ ਨੇ, ਸਾਡਾ ਜਿਹੜਾ ਆਈਡੀਆਜ਼ ਹੁੰਦੇ ਨੇ ਸਾਡੇ, ਹੁਣ ਬੰਦੇ ਦੇ ਜ਼ਹਿਨ ਵਿੱਚ ਸਪੋਜ਼ ਕਰੋ ਆਪਾਂ ਮੋਬਾਈਲ ਦਾ ਬਿੱਲ ਪੇ ਕਰਤਾ, ਇੰਟਰਨੈਟ ਦਾ ਪਲਾਨ ਮਿਲ ਗਿਆ ਸਾਨੂੰ ਅਨਲਿਮਿਟਿਡ, ਘਰਾਂ ਦੇ ਵਿੱਚ ਵਾਈਫਾਈ ਲੱਗਾ ਅਨਲਿਮਿਟਿਡ, ਠੀਕ ਹੈ ਜੀ। ਬੰਦਾ ਕਹਿੰਦਾ ਡਿਵਾਈਸ ਨੂੰ ਪੇ ਕੀਤਾ ਹੈ, ਆਪਾਂ ਸੋਸ਼ਲ ਮੀਡੀਆ 'ਤੇ ਟਾਈਮ ਵੀ ਹੈਗਾ ਆਪਣੇ ਕੋਲ, ਆਪਾਂ ਵਾਚ ਕਰਦੇ ਹਾਂ, ਸੁਣਦੇ ਹਾਂ, ਆਹ ਵੀ ਸੁਣ ਲੈਂਦੇ ਹਾਂ, ਆਹ ਵੀ ਵਾਚ ਕਰਦੇ ਹਾਂ। ਬੰਦੇ ਨੂੰ ਇਹ ਨਹੀਂ ਪਤਾ, ਇਸ ਤਰ੍ਹਾਂ ਕਹਿ ਲਓ ਕਿ ਤੁਸੀਂ ਕਿਤੇ ਗਏ ਹੋ ਅਤੇ ਕੌਸਕੋ ਦੀ ਐਗਜ਼ਾਮਪਲ ਦੇ ਦਿੰਦਾ ਮੈਂ। ਤੁਸੀਂ ਗਏ ਉੱਥੇ ਅੱਜ ਕੱਲ੍ਹ ਤਾਂ ਸ਼ਾਇਦ ਉਹ ਨਹੀਂ ਲਗਾਉਂਦੇ, ਅਦਰਵਾਈਜ਼ ਫੂਡ ਸਟਾਲ ਲਾਏ ਹੁੰਦੇ ਸੀ ਉਹਨਾਂ ਨੇ ਵਿੱਚ ਆਪੋ ਆਪਣਾ ਨਵਾਂ ਪ੍ਰੋਡਕਟ ਇੰਟਰੋਡਿਊਸ ਕਰਨ ਵਾਸਤੇ। ਕਿਤੇ ਕੋਈ ਨੁਟੀਲਾ ਬ੍ਰੈਡ ਲਗਾ ਕੇ ਰੱਖੀ ਹੈ ਥੋੜ੍ਹੀ ਉਹ ਟੇਸਟ ਕਰ ਲਓ, ਕਿਤੇ ਕੋਈ ਉਹਨਾਂ ਨੇ ਕੋਈ ਨਵੀਆਂ ਕੁਕੀਜ਼। ਫਿਰ ਇਕੱਲਾ ਇਹ ਨਹੀਂ ਗਾ, ਉੱਥੇ ਕਈ ਵਾਰ ਉਹਨਾਂ ਨੇ ਕੋਈ ਨੋਨ ਵੈਜ ਵੀ ਜੋ ਕੋਈ ਨਵਾਂ ਲਿਆਂਦਾ ਉਹ ਵੀ ਰੱਖਿਆ ਹੈਗਾ। ਬੰਦਾ ਆਮ ਹਾਲਤਾਂ ਦੇ ਵਿੱਚ ਵੈਜੀਟੇਰੀਅਨ ਹੈ, ਪਰ ਅੱਜ ਕੀ ਹੈ, ਕੌਸਕੋ ਦੀ ਮੈਂਬਰਸ਼ਿਪ ਪੇ ਕੀਤੀ, ਚਲਾ ਗਿਆ ਉੱਥੇ, ਅਤੇ ਉੱਥੇ 5 6 7 ਸਟਾਲ ਲੱਗੇ ਨੇ ਨੋਨ ਵੈਜ ਵਾਲਿਆਂ ਦੇ ਵੀ, ਛੋਟੇ ਪ੍ਰੋਡਕਟ। ਉਹਨੇ ਕਿਹਾ ਫੀਸ ਪੇ ਕੀਤੀ ਆਪਾਂ, ਕੀ ਫਰਕ ਪੈਂਦਾ, ਆਪਾਂ ਨੋਨ ਵੈਜ ਵੀ ਖਾਈ ਜਾਂਦੇ ਹਾਂ। ਇਜ਼ ਇਟ ਓਕੇ? ਆਮ ਆਸਕਿੰਗ ਯੂ, ਨੋ ਵੇ। ਫਿਰ ਭਾਈ ਜੇ ਖਾਣ ਦੇ ਵਿੱਚ ਮੂੰਹ ਦੇ ਪਾਉਣ ਵਾਸਤੇ ਕੋਈ ਚੋਇਸ ਤੇਰੀ ਥੋੜ੍ਹੀ ਬਹੁਤੀ ਹੈ, ਕੰਨਾਂ 'ਚ ਕੀ ਪਾਉਣਾ, ਅੱਖਾਂ 'ਚ ਕੀ ਪਾਉਣਾ, ਕੁਛ ਤੇ ਚੋਇਸ ਰੱਖ। ਜਿੱਥੇ ਚੋਇਸ ਹੀ ਨਹੀਂ ਹੈ, ਜੋ ਆਇਆ ਉਹੀ ਪਾਤਾ। ਇੱਥੋਂ ਬੰਦੇ ਦੀਆਂ ਮਨੌਤਾਂ ਟੁੱਟ ਰਹੀਆਂ ਨੇ। ਬੰਦਾ ਉਹ ਸਭ ਸਮਾਨ ਅੱਖਾਂ ਵਿੱਚ ਪਾ ਰਿਹਾ, ਕੰਨਾਂ ਵਿੱਚ ਪਾ ਰਿਹਾ, ਜੋ ਮੁੜ ਕੇ ਪਤਾ ਨਹੀਂ ਮੇਰੇ ਅੰਦਰ ਥਾਟਸ ਕਿਉਂ ਆ ਰਹੇ ਨੇ। ਹੁਣ ਇਸ ਲੈਵਲ 'ਤੇ ਜਦੋਂ ਬਾਤ ਕੀਤੀ ਜਾਂਦੀ ਹੈ, ਫਿਰ ਉਹ ਬੰਦਾ ਮਨ ਨੂੰ ਪਿਆਰ ਨਹੀਂ ਕਰਦਾ, ਆਪਣੇ ਅੰਦਰ ਦੀ ਸਟੋਰੇਜ ਨੂੰ, ਉਹਦੀ ਕੇਅਰ ਨਹੀਂ ਕਰਦਾ, ਉਹ ਆਪਣੀ ਉਸ ਮੈਮਰੀ ਦੀ ਕੇਅਰ ਨਹੀਂ ਕਰਦਾ। ਅਸੀਂ ਬਿਨਾਂ ਸ਼ੱਕ ਬਾਣੀ 'ਚ ਬਚਨ ਪੜ੍ਹ ਲੈਂਦੇ ਹਾਂ ਵੀ ਸਭ ਜ਼ਿਕਰ ਕਰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਹੁਕਮ ਹੈ, ਏਕ ਚਿੱਤ ਜੇ ਇੱਕ ਛਿਨ ਦਿਹਾਇਓ, ਕਾਲ ਫਾਸ ਕੇ ਬੀਚ ਨਾ ਆਇਓ। ਅਸੀਂ ਪੜ੍ਹ ਲੈਂਦੇ ਹਾਂ ਕਿ ਰੇ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹੁਣੇ ਤੇ ਪੜ੍ਹ ਲਿਆ, ਮਗਰ ਨਾਲ ਇਹ ਵੀ ਸੋਚਿਆ ਕਿ ਇੱਕ ਛੋਟੀ ਜਿਹੀ ਕੋਈ ਅੰਦਰ ਚਿੱਤ ਵਿੱਚ, ਚਿਤਵਨੀ 'ਚ, ਮੈਮਰੀ 'ਚ ਇੱਕ ਚੀਜ਼ ਚਲੀ ਗਈ ਤੇ ਉਹਦੇ ਨਾਲ ਕਿਤੇ ਸਾਡਾ ਸਾਰਾ ਸਕੂਲ ਆਫ ਥਾਟ ਅਲਾਈਨ ਹੋ ਗਿਆ, ਦੈਨ ਵੀ ਕੈਨ ਅਟੇਨ ਆਵਰ ਸੈਲਵੇਸ਼ਨ। ਮੁਕਤੀ ਹੋ ਜਾਏਗੀ ਸਾਡੀ। ਠੀਕ, ਇਹ ਚੀਜ਼ ਹੋ ਗਈ ਉਸ ਰੂਪ ਦੇ ਵਿੱਚ। ਪਰ ਕਮਾਲ ਇਹ ਹੈ, ਜੇ ਕਿਤੇ ਉਹ ਇੱਕ ਕਮਾਲ ਦੀ ਚੀਜ਼, ਇੱਕ ਚੀਜ਼ ਐਡਾ ਵੱਡਾ ਅਸਰ ਕਰ ਸਕਦੀ ਹੈ, ਤੇ ਜੋ ਮੈਂ ਇਤਨਾ ਗਾਰਬੇਜ ਚੱਕੀ ਫਿਰਦਾ ਅੰਦਰ ਆਪਣੀ ਮੈਮਰੀ ਦੇ ਵਿੱਚ, ਜਿਹੜਾ ਮੋਸਟਲੀ ਕਿਸੇ ਕੰਮ ਦਾ ਹੀ ਨਹੀਂ ਹੈਗਾ ਮੇਰੇ, ਉਹ ਵੀ ਤਾਂ ਕੁਛ ਨਾ ਕੁਛ ਕਰ ਹੀ ਰਿਹਾ ਹੋਣਾ। ਐਵਰੀ ਸਿੰਗਲ ਆਈਡੀਆ, ਐਵਰੀ ਸਿੰਗਲ ਥਾਟ, ਐਵਰੀ ਸਿੰਗਲ ਜਿਹੜਾ ਸਾਡਾ ਅੰਦਰ ਦਾ ਕੋਈ ਕਹਿ ਲਓ ਕਿ ਰਾਏ ਹੈ, ਉਹ ਸਾਡੇ 'ਤੇ ਅਸਰ ਪਾਉਂਦੀ ਹੈ। ਹੁਣ ਜਿਹੜਾ ਅਸਰ ਆ ਰਿਹਾ, ਉਹ ਫਿਰ ਬੰਦੇ ਦੀ ਦੁਨੀਆ ਅੰਦਰ ਦੀ ਵੀ ਤਬਦੀਲ ਕਰਦਾ ਹੈ, ਬਾਹਰ ਦੀ ਵੀ ਤਬਦੀਲ ਕਰਦਾ ਹੈ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਹੁਣ ਹਾਲਤ ਇਹ ਬਣ ਗਈ, ਸੁਧਾਰ ਹੋ ਗਿਆ। ਗੁਰੂ ਦੇ ਆਖੇ ਲੱਗ ਕੇ ਮਨ ਤਨ ਰੱਤਾ ਲਾਲ ਹੋਵਾ। ਇਹ ਲਾਲ ਕਲਰਫੁਲ ਹੋਣ ਦੀ ਗੱਲ ਨਹੀਂ ਹੈ, ਇਹ ਲਾਲ ਹੋ ਗਿਆ, ਕੀਮਤੀ ਹੋ ਗਿਆ, ਪ੍ਰੀਸ਼ੀਅਸ ਹੋ ਗਿਆ। ਉਹਦੇ ਅੰਦਰ ਇਹੋ ਜਿਹੀਆਂ ਚੋਇਸਿਸ ਬਣ ਗਈਆਂ, ਖਾਣ ਪਾਣ, ਰਹਿਣ ਸਹਿਣ, ਸੁਣਨ ਵੇਖਣ ਸੋਚਣ, ਸਭ ਚੀਜ਼ਾਂ ਦੇ ਵਿੱਚ ਕੀਮਤੀ ਚੀਜ਼। ਨਾ ਮਾੜਾ ਖਾਣਾ, ਨਾ ਮਾੜਾ ਵੇਖਣਾ, ਨਾ ਮਾੜਾ ਸੁਣਨਾ, ਇਹ ਸਭ ਅੰਦਰ ਜਾਣਾ ਇਸ ਰੂਪ ਸ਼ੁਰੂ ਹੋ ਗਿਆ। ਜੀਵਨ ਬਦਲਿਆ, ਉਹਦੀ ਬਾਤ ਹੋਈ। ਮਨ ਤਨ ਰੱਤਾ ਲਾਲ ਹੋਵਾ। ਤੇ ਹੁਣ ਹੋਇਆ ਕਿ ਰਸਨਾ ਰੱਤੀ ਗੁਣਸਾਰ। ਦੇਖੋ, ਵੈਸੇ ਤੇ ਵੀ ਐਕਟ ਔਨ ਐਵਰੀਥਿੰਗ। ਅਸੀਂ ਜੋ ਕੁਝ ਸਾਡੇ ਅੰਦਰ ਹੁੰਦਾ ਉਹ 'ਤੇ ਅਸੀਂ ਐਕਟ ਕਰਦੇ ਹਾਂ। ਸਾਡੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨ ਨੇ, ਇੱਥੋਂ ਲੈ ਕੇ ਸਾਡੀ ਟੋਟਲ ਬਾਡੀ ਲੈਂਗੁਏਜ, ਸਾਈਕੋਲੋਜੀ 'ਚ ਅੱਜ ਕੱਲ੍ਹ ਤੇ ਸਿੱਧੇ ਤੌਰ 'ਤੇ
ਕਿਹਾ ਜਾਂਦਾ, ਜੋ ਤੁਸੀਂ ਕਿਸੇ ਨੂੰ ਅਸੈਸ ਕਰਦੇ ਹੋ, ਓਕੇ ਉਹਦੇ ਮੋਢੇ ਦੇਖੋ ਝੁਕੇ ਨੇ, ਉੱਠੇ ਨੇ, ਉਹਦੀ ਗਰਦਨ ਦੇਖੋ ਐਵੇਂ ਹੈ, ਉਹਦੀਆਂ ਅੱਖਾਂ ਦੇਖੋ ਐਵੇਂ ਗੱਲ ਕਰਦਾ ਹੈ, ਵਟ ਇਜ਼ ਹੱਥ ਐਵੇਂ ਨੇ, ਇੱਕ ਛੋਟੀ ਛੋਟੀ ਚੀਜ਼ ਉਹ ਕਹਿੰਦੇ ਨੋਟ ਕਰੋ ਉਹ ਸਾਰੇ ਦੇ ਉੱਤੇ। ਇਹ ਸਾਰੇ 'ਚੋਂ ਕੋਈ ਭਾਸ਼ਾ ਮਿਲਦੀ ਹੈ, ਕੋਈ ਤੁਹਾਨੂੰ ਸੁਨੇਹਾ ਮਿਲ ਰਿਹਾ। ਚਲੋ ਇੰਨੀ ਐਕਸਪਰਟੀਜ਼ ਦੀ ਤਾਂ ਬੰਦੇ ਨੂੰ ਬਹੁਤੀ ਲੋੜ ਨਹੀਂ ਹੈ। ਜਿਸ ਚੀਜ਼ ਦੀ ਲੋੜ ਹੈ ਉਹ ਹੈ ਬੰਦਾ ਮੂੰਹ ਤੋਂ ਕੀ ਬੋਲਦਾ ਹੈ। ਦੈਟ ਇਜ਼ ਦ ਸਿੰਪਲ ਥਿੰਗ। ਵੈਸੇ ਤਾਂ ਹਰ ਅੰਗ ਹੀ ਕੁਛ ਨਾ ਕੁਛ ਬੋਲ ਰਿਹਾ ਬੰਦੇ ਦਾ ਇੱਕ ਜਿਹੜਾ ਬਾਡੀ ਦਾ ਟਿਸ਼ੂ ਬੋਲ ਰਿਹਾ। ਪਰ ਚਲੋ ਇੱਕ ਇੰਦਰਾ ਤੇ ਰੱਬ ਜੀ ਨੇ ਲਾਇਆ ਹੀ ਇਸ ਕੰਮ ਵਾਸਤੇ, ਬੋਲ। ਹੁਣ ਜਿਸ ਚੀਜ਼ ਦੇ ਵਿੱਚ ਸਾਡਾ ਸਾਰਾ ਮਨ ਮੰਡਲ ਤੇ ਤਨ ਮੰਡਲ ਰਤਿਆ ਹੋਇਆ, ਜਿਹਦੇ 'ਚ ਗਲਤਾਨ ਆ, ਜੀਭ ਉਹ ਬੋਲੇਗੀ। ਸਿੱਖਿਆ ਸਿਖਾਇਆ ਥੋੜ੍ਹਾ ਬਹੁਤਾ ਸਮਾਂ ਤੁਸੀਂ ਕਿਸੇ ਨੂੰ ਥੋੜ੍ਹਾ ਬਹੁਤਾ ਓਪਰੇਟ ਕਰ ਸਕਦੇ ਹੋ, ਅਦਰਵਾਈਜ਼ ਜੋ ਪਾਈਐ ਭਾਂਡੇ ਵਿੱਚ ਵਸਤ ਸਾਹ ਨਿਕਲੈ ਉਹੀ ਨਿਕਲੇਗੀ ਜੋ ਭਾਂਡੇ 'ਚ ਪਾਈ ਹੈ। ਮੇਨ ਚੀਜ਼ ਜਿਵੇਂ ਤੁਸੀਂ ਉਲਟੋਗੇ ਉਸੇ ਵਕਤ। ਇਹ ਹੈ ਜੋ ਕੁਝ ਅੱਖਾਂ ਨਾਲ ਗਿਆ, ਕੰਨਾਂ ਨਾਲ ਗਿਆ, ਉਹ ਸਭ ਪ੍ਰੋਸੈਸ ਹੋਇਆ, ਅਲਟੀਮੇਟਲੀ ਮੂੰਹ ਤੋਂ ਬਾਹਰ ਨਿਕਲਿਆ। ਜਦੋਂ ਮੂੰਹ ਤੋਂ ਬਾਹਰ ਨਿਕਲਿਆ ਤੇ ਗੁਰੂ ਬਾਬਾ ਜੀ ਕਹਿੰਦੇ ਕਿਉਂਕਿ ਜਦੋਂ ਬੇਸ਼ਕੀਮਤੀ ਹੋ ਗਿਆ ਗੁਰੂ ਦੇ ਆਖੇ ਲੱਗ ਕੇ, ਮਨ ਵੀ ਮਨ ਤਨ ਰੱਤਾ ਲਾਲ ਹੋਆ, ਰਸਨਾ ਰੱਤੀ ਗੁਣ ਸਾਰ। ਰਸਨਾ ਗੁਣਾਂ ਦੀ ਸਾਰ ਵਾਲੀ ਹੋ ਗਈ। ਉਹਦੇ ਵਿੱਚੋਂ ਹੁਣ ਲਫ਼ਜ਼ ਨਹੀਂ ਨਿਕਲਦੇ। ਜੇ ਕੋਈ ਨਿਕਲੇ ਹੋਏ ਲਫ਼ਜ਼ਾਂ ਨੂੰ ਨਿਚੋੜੇ ਨਾ, ਉਹਨਾਂ ਨੂੰ ਡਿਸਟਿਲ ਕਰੇ, ਤੇ ਉਹਦੇ ਵਿੱਚੋਂ ਰੱਬ ਦਾ ਗਿਆਨ ਨਿਕਲੇਗਾ, ਰੱਬ ਦੀ ਹੋਂਦ ਨਿਕਲੇਗੀ, ਪਿਆਰ ਨਿਕਲੇਗਾ, ਗੁਣ ਨਿਕਲਣਗੇ। ਇਹ ਚੀਜ਼ ਆ। ਸਾਡੇ ਲਫ਼ਜ਼ਾਂ ਦਾ ਲੱਬੋ ਲਬਾਬ ਨਿਕਲਦਾ ਆ। ਬੰਦਾ ਆਪ ਦੇਖੇ ਨਾ ਮੈਂ ਕੀ ਬੋਲਦਾ ਆ, ਤੇ ਅਖੀਰ ਸਾਰੇ ਨੂੰ ਇਕੱਠਾ ਕਰਕੇ ਨਿਚੋੜੇ ਤੇ ਪਤਾ ਲੱਗ ਜਾਏਗਾ ਵਿੱਚੋਂ ਕੀ ਨਿਕਲ ਰਿਹਾ। ਵਿੱਚੋਂ ਨਿਕਲੇਗਾ ਕਈ ਵਾਰੀ ਈਰਖਾ ਨਿਕਲੇਗੀ, ਦੁਆਖ ਨਿਕਲੇਗਾ, ਸਾੜਾ ਨਿਕਲੇਗਾ, ਡਰ ਨਿਕਲੇਗਾ, ਭੈ ਨਿਕਲੇਗਾ। ਇਹ ਸਭ ਗੱਲਾਂ 'ਚੋਂ ਨਿਕਲ ਆਉਂਦਾ, ਸਭ ਨਿਚੋੜ। ਤੁਸੀਂ ਕਿਸੇ ਤਰੀਕੇ ਨਾਲ ਦੇਖ ਲਓ। ਤੁਸੀਂ ਈਵਨ ਮੀਡੀਆ ਵਿੱਚ ਤੇ ਆਮ ਕਰਕੇ ਲੋਕੀ ਕਹਿੰਦੇ ਨੇ, ਮੀਡੀਆ ਰਿਪੋਰਟਸ ਪੜ੍ਹੀਆਂ ਜਾਂਦੀਆਂ ਨੇ, ਨਿਊਜ਼ ਪੜ੍ਹੀਆਂ ਜਾਂਦੀਆਂ ਨੇ, ਲੋਕੀ ਨਿਊਜ਼ ਦੇ ਉੱਤੇ ਡਿਸਕਸ਼ਨਸ ਕਰਦੇ, ਬਾਅਦ 'ਚ ਉਹਦਾ ਲੱਬੋ ਲਬਾਬ ਕੱਢਦੇ, ਨਿਚੋੜ ਕੱਢੋ, ਸਾਰ ਕੱਢੋ। ਇਹਦਾ ਸਾਰ ਕੀ ਹੈ? ਸਾਰ ਇਹ ਬੰਦਾ ਬਾਇਸ ਹੈ, ਸਾਰ ਇਹ ਹੈ ਇਹ ਬੰਦਾ ਲਿਬਰਲ ਮਾਈਂਡਡ ਹੈ, ਸਾਰੇ ਹੈ ਕੰਜ਼ਰਵੇਟਿਵ ਮਾਈਂਡਡ ਹੈ, ਸਾਰੇ ਹੈ ਇਹ ਬੰਦਾ ਕਮਿਊਨਿਸਟ ਹੈ, ਸਾਰੇ ਹੈ ਇਹ ਬੰਦਾ ਕਿਸੇ ਹੋਰ ਸਕੂਲ ਨਾਲ ਜੁੜਿਆ ਹੋਇਆ, ਇਹ ਬਲੀਵਰ ਹੈ, ਨੋਨ ਬਲੀਵਰ ਹੈ। ਇਹ ਹੈ ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ, ਰਸਨਾ ਰੱਤੀ ਗੁਣ ਸਾਰ। ਜਦੋਂ ਰਸਨਾ ਦੇ ਵਿੱਚੋਂ ਬਸ ਹੁਣ ਉਹ ਚੀਜ਼ ਦਾ ਸਾਰ ਨਿਕਲ ਆਇਆ। ਰੱਬੀ ਉਸ ਅਹਿਸਾਸ ਦਾ ਅਗਲਾ ਬਚਨ ਲਿਖਿਆ, ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸ਼ਿੰਗਾਰ। ਜਦੋਂ ਸ਼ਬਦ ਮਨ ਦੀ ਦੁਨੀਆ ਦੇ ਵਿੱਚ ਵਰਤੇਗਾ, ਉਹ ਜੀਵਨ ਸਦਾ ਸੁਹਾਗਣ ਹੈ। ਸਦਾ ਸੁਹਾਗਣ। ਵਿਧਵਾ ਨੂੰ ਸਮਾਜ ਦੇ ਵਿੱਚ ਕੋਈ ਥਾਂ ਨਹੀਂ। ਇਹ ਚੀਜ਼ ਭਾਰਤੀ ਖਿੱਤੇ ਚੀਜ਼ ਰਹੀ ਹੈ ਇਸ ਰੂਪ ਦੇ ਵਿੱਚ। ਆਪ ਅਹਿਸਾਸ ਕਰੋ, ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੱਥੀਂ ਤੋਰਦੇ, ਆਪਣਾ ਉਹਨਾਂ ਦਾ ਫਰਜ਼ੰਦ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਾਹਿਬਜ਼ਾਦੇ, ਉਹ ਮਾਤਰ 9 ਸਾਲ ਦੇ ਨੇ। ਲੀਡਿੰਗ ਰੋਲ ਕਿਹਦੇ ਕੋਲ ਹੋਏਗਾ? ਡੈਫੀਨੇਟਲੀ ਮਾਂ ਦਾ ਨਾਲ ਪ੍ਰੋਪਰ ਲੈਵਲ 'ਤੇ ਉਹਨਾਂ ਰੋਲ ਪਲੇ ਹੋਏਗਾ। ਰੋਲ ਦੇਖੋ ਕੀ ਪਲੇ ਕਰ ਰਹੇ ਨੇ, ਡਿਸੀਜ਼ਨ ਮੇਕਰ ਨੇ ਉਹ ਸਾਰੇ ਰੂਪ ਦੇ 'ਚ। ਅਤੇ ਅਖੀਰ ਉਸ 'ਤੇ ਨਹੀਂ, ਉਮਰ ਦੇ ਉਸ ਪੜਾਅ ਦੇ ਵਿੱਚ ਜਿੱਥੇ ਉਹ ਸਾਹਿਬਜ਼ਾਦਿਆਂ ਨੂੰ ਕਹਿੰਦੇ ਕਿ ਤੁਸੀਂ ਉਹਨਾਂ ਦੀ ਗੱਲ ਮੰਨਦੇ, ਉਹਨਾਂ ਦੀ ਲੀਡਰਸ਼ਿਪ ਰੋਲ ਨੂੰ ਐਕਸੈਪਟ ਕਰਦੇ। ਇਹ ਕੀ ਹੈ? ਐਕਚੁਅਲੀ ਇਹ ਸੱਚੀ ਸੁਹਾਗਣ ਹੈ। ਇੱਥੇ ਸਿਰਫ ਕਿਸੇ ਇੱਕ ਫਿਜ਼ੀਕਲ ਪ੍ਰੈਜ਼ੈਂਸ ਦੇ ਵਿੱਚ ਕਿਸੇ ਨੂੰ ਵਿਡੋ ਕਹਿ ਦੇਣਾ, ਜਾਂ ਕਿਸੇ ਦੀ ਫਿਜ਼ੀਕਲ ਪ੍ਰੈਜ਼ੈਂਸ ਵਿੱਚ ਉਹਨਾਂ ਦੀ ਐਬਸੈਂਟ ਹੋ ਜਾਣੀ ਤੇ ਵਿਡੋ ਕਹਿ ਦੇਣਾ, ਇਹ ਨਹੀਂ ਹੈ। ਇੱਥੇ ਗੁਰੂ ਸਾਹਿਬ ਹਾਇਰ ਲੈਵਲ ਦੀ ਗੱਲ ਕਰਦੇ, ਰੂਹਾਨੀ ਗੱਲ ਹੋ ਰਹੀ ਹੈ। ਇੱਥੇ ਬਚਨ ਆਇਆ, ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸ਼ਿੰਗਾਰ, ਕਿਉਂਕਿ ਉਹ ਸੱਚ ਦੇ ਭੈ ਵਿੱਚ ਸੱਚਾ ਸ਼ਿੰਗਾਰ ਕਰਨ ਦੇ ਕਾਬਲ ਹੋ ਜਾਂਦੀ ਹੈ। ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਤਾਰ। ਹੈ ਨਾਨਕ ਕਹਿ, ਇਹ ਮਹਿਲ ਕਰਮੀ ਮਿਲਦਾ ਹੈ। ਕਰਮੀ ਦਾ ਮਤਲਬ ਸਾਡੇ ਕਰਮ ਐਕਸ਼ਨ ਨਹੀਂ ਹੈਗੇ, ਇਹ ਤਰਸ ਆ ਮਾਲਕ ਦਾ। ਅਰਦਾਸ ਫਿਰ ਇਹੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਤੂੰ ਸਾਡੇ ਉਰ ਵਿੱਚ ਵਸ ਜਾ, ਤੇਰੇ ਭੈ ਭਾਵ ਦੇ ਵਿੱਚ ਰਹਿਣ ਦੀ ਜਾਚ ਆ ਜਾਏ। ਇੰਨਾ ਕੁ ਕਰਮ, ਇੰਨਾ ਕੁ ਤਰਸ ਸਾਡੇ ਉੱਤੇ ਕਰ ਦੇ। ਸਭ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੱਥੇ ਸਮਾਪਤੀ।
ਕਿਰਸਾਨੀ ਸੰਘਰਸ਼ ਨਾਲ ਜੂਝ ਰਹੀਆਂ ਰੂਹਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ, ਸਫਲਤਾ ਦੀ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।